ਮੇਰੇ ਦਾਦਾ ਜੀ ਪਿੰਡ ਦੇ ਸਰਦਾਰ ਸਨ। ਪਿੰਡ ਵਿੱਚ ਜਿਸ ਕਿਸੇ ਦਾ ਵੀ ਵਿਆਹ ਹੁੰਦਾ, ਉਹਨਾਂ ਦੇ ਘਰ ਵਾਲੇ ਇੱਕ ਰਾਤ ਲਈ ਆਪਣੀ ਦੁਲਹਨ ਸਾਡੀ ਹਵੇਲੀ ਭੇਜ ਦਿੰਦੇ ਸਨ। ਸਵੇਰੇ ਦਾਦਾ ਜੀ ਉਹਨਾਂ ਨੂੰ ਇੱਕ ਗਿਫਟ ਦਿੰਦੇ ਅਤੇ ਉਹ ਗਿਫਟ ਦੁਲਹਨ ਕਿਸੇ ਨੂੰ ਵੀ ਨਹੀਂ ਦਿਖਾਉਂਦੀ ਸੀ ਅਤੇ 9 ਮਹੀਨੇ ਬਾਅਦ ਉਹ ਕੁੜੀ ਗਰਭਵਤੀ ਹੋ ਜਾਂਦੀ ਸੀ। ਪਿੰਡ ਦੇ ਲੋਕ ਦਾਦਾ ਜੀ ਦੀ ਬਹੁਤ ਇੱਜ਼ਤ ਕਰਦੇ ਸਨ। ਹੈਰਤ ਦੀ ਗੱਲ ਇਹ ਸੀ ਕਿ ਦਾਦਾ ਜੀ ਨੇ ਸਖਤੀ ਨਾਲ ਮਨਾ ਕੀਤਾ ਹੋਇਆ ਸੀ ਕਿ ਮੇਰਾ ਵਿਆਹ ਨਹੀਂ ਕਰਵਾਉਣਾ ਅਤੇ ਮੇਰੀ ਉਮਰ ਨਿਕਲਦੀ ਜਾ ਰਹੀ ਸੀ। ਇੱਕ ਦਿਨ ਪਿੰਡ ਤੋਂ ਇੱਕ ਦੁਲਹਨ ਆਈ। ਉਸ ਨੂੰ ਮੈਂ ਆਪਣੇ ਕਮਰੇ ਵਿੱਚ ਬੰਦ ਕਰਕੇ ਆਪਣੇ ਆਪ ਉਸ ਦੀ ਜਗ੍ਹਾ ਦੁਲਹਨ ਬਣ ਕੇ ਦਾਦਾ ਜੀ ਦੇ ਕਮਰੇ ਵਿੱਚ ਚਲੀ ਗਈ। ਜਦੋਂ ਕਮਰੇ ਵਿੱਚ ਗਈ ਤਾਂ ਸਭ ਲਾਈਟ ਬੰਦ ਸੀ ਤੇ ਫਿਰ ਅਚਾਨਕ ਤੋਂ ਦਾਦਾ ਜੀ ਨੇ ਮੇਰੇ ਨਾਲ ਅਜਿਹਾ ਕੰਮ ਕੀਤਾ ਕਿ ਮੇਰੀ ਚੀਖ ਨਿਕਲ ਗਈ। ਦਾਦਾ ਜੀ ਨੇ ਮੇਰੇ ਨਾਲ ਕੁਝ ਵਾਕਿਆ ਦਿਲ ਦਹਿਲਾ ਦੇਣ ਵਾਲੇ ਹੁੰਦੇ ਹਨ ਅਤੇ ਇਸ ਤਕਲੀਫ ਤੋਂ ਗੁਜ਼ਰੇ ਪਲਾਂ ਨੂੰ ਬਿਆਨ ਕਰਨ ਲਈ ਸ਼ਬਦ ਹਮੇਸ਼ਾ ਘੱਟ ਪੈ ਜਾਂਦੇ ਹਨ। ਅਜਿਹਾ ਹੀ ਇੱਕ ਵਾਕਿਆ ਮੇਰੇ ਨਾਲ ਵੀ ਹੋਇਆ। ਪਿੰਡ ਵਿੱਚ ਮੇਰੇ ਦਾਦਾ ਦੀ ਬਹੁਤ ਇੱਜ਼ਤ ਸੀ। ਪਿੰਡ ਦੇ ਲੋਕ ਉਹਨਾਂ ਨੂੰ ਬਹੁਤ ਇੱਜ਼ਤ ਅਤੇ ਸਤਿਕਾਰ ਨਾਲ ਵੇਖਦੇ ਸਨ। ਉਹਨਾਂ ਨੂੰ ਬਹੁਤ ਮੰਨਦੇ ਸਨ। ਉਹ ਲੋਕਾਂ ਦੀ ਮਦਦ ਵੀ ਬਹੁਤ ਕਰਦੇ ਸਨ। ਸਾਡੇ ਪਿੰਡ ਵਿੱਚ ਇੱਕ ਅਜੀਬ ਰਿਵਾਜ ਸੀ। ਜਦੋਂ ਵੀ ਕਿਸੇ ਕੁੜੀ ਦਾ ਵਿਆਹ ਹੁੰਦਾ, ਉਹ ਸਾਡੀ ਹਵੇਲੀ ਵਿੱਚ ਪਹਿਲੀ ਰਾਤ ਲਈ ਦੁਲਹਨ ਬਣੀ ਆ ਜਾਂਦੀ ਅਤੇ ਪੂਰੀ ਰਾਤ ਦਾਦਾ ਜੀ ਦੇ ਕਮਰੇ ਵਿੱਚ ਗੁਜ਼ਾਰਦੀ। ਸਵੇਰੇ ਦਾਦਾ ਜੀ ਉਸ ਨੂੰ ਇੱਕ ਤੋਹਫਾ ਦਿੰਦੇ। ਉਹ ਤੋਹਫਾ ਲੈ ਕੇ ਉਹ ਚਲੀ ਜਾਂਦੀ। ਉਸ ਦੇ ਠੀਕ 9 ਮਹੀਨੇ ਬਾਅਦ ਉਹ ਗਰਭਵਤੀ ਹੋ ਜਾਂਦੀ। ਮੈਨੂੰ ਇਹ ਗੱਲ ਹਮੇਸ਼ਾ ਹੀ ਅਜੀਬ ਜਿਹੀ ਲੱਗਦੀ ਸੀ। ਭਲਾ ਇਹ ਕੀ ਤਰੀਕਾ ਸੀ ਕਿ ਵਿਆਹ ਤੋਂ ਬਾਅਦ ਦੁਲਹਨ ਦੁੱਲੇ ਕੋਲ ਜਾਣ ਦੀ ਬਜਾਏ ਪੂਰੀ ਰਾਤ ਦਾਦੇ ਦੇ ਕਮਰੇ ਵਿੱਚ। ਮੈਂ ਜਦੋਂ ਤੋਂ 12 ਸਾਲ ਦੀ ਹੋਈ ਸੀ ਇਹੀ ਵੇਖਦੀ ਆ ਰਹੀ ਸੀ। ਪਹਿਲਾਂ ਤਾਂ ਮੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਸੀ। ਹੁਣ ਤਾਂ ਮੇਰੀ ਉਮਰ ਵੀ 25 ਤੱਕ ਪਹੁੰਚ ਗਈ ਸੀ। ਮੈਂ ਬਹੁਤ ਵਾਰ ਮੰਮੀ ਤੋਂ ਇਹ ਗੱਲ ਜਾਣਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਵੀ ਕੁਝ ਨਹੀਂ ਦੱਸਦੀ ਸੀ। ਕਹਿੰਦੀ ਤੂੰ ਚੁੱਪ ਰਹਿ ਅਤੇ ਖਬਰਦਾਰ ਅੱਗੇ ਤੋਂ ਇਹ ਗੱਲ ਪੁੱਛੀ ਵੀ ਤਾਂ। ਇਸ ਵਾਰ ਮੇਰੀ ਬਚਪਨ ਦੀ ਸਹੇਲੀ ਦਾ ਵਿਆਹ ਸੀ। ਜੀਤੋ ਅਤੇ ਮੇਰੀ ਬਹੁਤ ਗੂੜੀ ਦੋਸਤੀ ਸੀ। ਆਪਣੇ ਵਿਆਹ ਤੇ ਜੀਤੋ ਬਹੁਤ ਘਬਰਾਈ ਹੋਈ ਸੀ। ਆਪਣੀ ਮਹਿੰਦੀ ਵਾਲੇ ਦਿਨ ਵੀ ਉਸ ਦੀ ਰੰਗਤ ਉੱਡੀ ਹੋਈ ਸੀ। ਮੈਂ ਉਸ ਨੂੰ ਛੇੜਦੇ ਹੋਏ ਕਿਹਾ, ਦੁੱਲੇ ਬਾਰੇ ਸੋਚ ਕੇ ਘਬਰਾ ਰਹੀ ਹੈ। ਮੇਰੀ ਗੱਲ ਤੇ ਉਹ ਫਿੱਕੀ ਜਿਹੀ ਮੁਸਕਾਈ, ਮੈਨੂੰ ਦੇਖਣ ਲੱਗੀ ਤੇ ਕਹਿਣ ਲੱਗੀ, ਨਹੀਂ, ਤੇਰੇ ਦਾਦਾ ਬਾਰੇ ਸੋਚ ਕੇ ਘਬਰਾ ਰਹੀ ਹਾਂ। ਸੱਚ ਦੱਸ ਗੀਤ, ਤੇਰੇ ਦਾਦਾ ਨਵੀਂ ਨਵੇਲੀ ਦੁਲਹਨਾਂ ਨੂੰ ਆਪਣੇ ਕਮਰੇ ਵਿੱਚ ਰਾਤ ਭਰ ਕਿਉਂ ਰੱਖਦੇ ਹਨ? ਮੈਨੂੰ ਤਾਂ ਆਪਣੇ ਹੋਣ ਵਾਲੇ ਪਤੀ ਅਤੇ ਪਿੰਡ ਦੇ ਬਾਕੀ ਲੋਕਾਂ ਦੀ ਅਗਿਆਨਤਾ ਤੇ ਹੈਰਤ ਹੈ। ਵਿਆਹ ਕਿਸੇ ਨਾਲ ਅਤੇ ਸੁਹਾਗਰਾਤ ਕਿਸੇ ਹੋਰ ਦੇ ਕਮਰੇ ਵਿੱਚ। ਜੀਤੋ ਦੀ ਗੱਲ ਸੁਣ ਕੇ ਮੈਨੂੰ ਦੁੱਖ ਤਾਂ ਹੋਇਆ। ਮੈਂ ਉਸ ਦੀ ਗੱਲ ਤੇ ਸੋਚਣ ਲੱਗੀ ਕਿ ਉਹ ਠੀਕ ਹੀ ਤਾਂ ਕਹਿ ਰਹੀ ਹੈ। ਅਗਲੇ ਰੋਜ਼ ਦੁਲਹਨ ਬਣ ਕੇ ਵੀ ਜੀਤੋ ਦੇ ਚਿਹਰੇ ਤੇ ਰੌਣਕ ਨਹੀਂ ਸੀ। ਅੱਖਾਂ ਵਿੱਚ ਖੁਸ਼ੀ ਦੀ ਚਮਕ ਦੇ ਬਜਾਏ ਉਦਾਸੀ ਸੀ। ਰਿਵਾਜ ਮੁਤਾਬਕ ਉਹ ਵੀ ਵਿਦਾ ਹੋ ਕੇ ਦਾਦੇ ਦੇ ਕਮਰੇ ਵਿੱਚ ਰਹਿਣ ਗਈ। ਨਾ ਜਾਣੇ ਕਿਉਂ, ਪਰ ਇਸ ਵਾਰ ਤਾਂ ਮੈਨੂੰ ਨੀਂਦ ਨਹੀਂ ਆ ਰਹੀ ਸੀ, ਕਿਉਂਕਿ ਮੈਨੂੰ ਇਹ ਜਾਣਨਾ ਸੀ ਕਿ ਆਖਰ ਇਹਨਾਂ ਕੁੜੀਆਂ ਨਾਲ ਦਾਦੇ ਦੇ ਕਮਰੇ ਵਿੱਚ ਹੁੰਦਾ ਕੀ ਹੈ। ਜਦੋਂ ਸਭ ਆਪਣੇ ਆਪਣੇ ਕਮਰੇ ਵਿੱਚ ਸੌਣ ਚਲੇ ਗਏ ਤਾਂ ਮੈਂ ਉੱਠ ਕੇ ਆਪਣੇ ਕਮਰੇ ਤੋਂ ਬਾਹਰ ਨਿਕਲੀ। ਮੇਰਾ ਕਮਰਾ ਉੱਤੇ ਵਾਲੇ ਪੋਰਸ਼ਨ ਵਿੱਚ ਸੀ ਅਤੇ ਦਾਦਾ ਦਾ ਕਮਰਾ ਹੇਠਾਂ ਦੇ ਪੋਰਸ਼ਨ ਵਿੱਚ ਸੀ। ਰਾਤ ਦੇ ਗੂੜੇ ਹਨੇਰੇ ਵਿੱਚ ਮੈਂ ਚੀਜ਼ਾਂ ਨੂੰ ਟੰਟੋਲ ਕੇ ਅੰਦਾਜ਼ਾ ਲਗਾ ਕੇ ਹੌਲੀ ਹੌਲੀ ਹੇਠਾਂ ਉਤਰੀ। ਦਾਦੇ ਦੇ ਕਮਰੇ ਦੀ ਲਾਈਟ ਜਗ ਰਹੀ ਸੀ। ਇਸ ਦਾ ਮਤਲਬ ਉਹ ਜਾਗ ਰਹੇ ਸਨ। ਅਜੀਬ ਜਿਹੀ ਗੱਲ ਸੀ। ਦਾਦੇ ਦੇ ਕਮਰੇ ਦੀ ਖਿੜਕੀ ਵੀ ਹਮੇਸ਼ਾ ਬੰਦ ਰਹਿੰਦੀ ਸੀ। ਇਹ ਕੋਸ਼ਿਸ਼ ਮੈਂ ਪਹਿਲਾਂ ਵੀ ਕਈ ਵਾਰ ਕਰ ਚੁੱਕੀ ਸੀ, ਪਰ ਹਰ ਵਾਰ ਮੈਨੂੰ ਨਾਕਾਮੀ ਦਾ ਮੂੰਹ ਵੇਖਣਾ ਪੈਂਦਾ ਸੀ। ਜੀਤੋ ਮੇਰੀ ਬਚਪਨ ਦੀ ਸਹੇਲੀ ਸੀ। ਅਸੀਂ ਨਾਲ ਨਾਲ ਸਕੂਲ ਅਤੇ ਕਾਲਜ ਤੱਕ ਇਕੱਠੇ ਪੜ੍ਹੇ ਸਨ। ਜਦੋਂ ਉਸ ਦਾ ਰਿਸ਼ਤਾ ਤੈਅ ਹੋਇਆ, ਉਸ ਵਕਤ ਮੇਰੇ ਲਈ ਵੀ ਇੱਕ ਵਧੀਆ ਰਿਸ਼ਤਾ ਆਇਆ ਸੀ। ਮੇਰੀ ਮਾਂ ਤੇ ਬਾਪ ਵੀ ਇਸ ਰਿਸ਼ਤੇ ਤੇ ਰਜ਼ਾਮੰਦ ਸਨ, ਪਰ ਮੇਰੇ ਦਾਦੇ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਗੀਤ ਦਾ ਰਿਸ਼ਤਾ ਹੁਣੇ ਨਹੀਂ ਕਰਨਾ। ਮੈਨੂੰ ਇਹ ਸੁਣ ਕੇ ਹੈਰਤ ਵੀ ਹੋਈ ਅਤੇ ਅਫਸੋਸ ਵੀ। ਹੈਰਤ ਇਸ ਗੱਲ ਤੇ ਕਿ ਮੁੰਡਾ ਅਤੇ ਉਸ ਦੇ ਘਰ ਵਾਲੇ ਹਰ ਲਿਹਾਜ਼ ਤੋਂ ਸਾਡੇ ਬਰਾਬਰ ਸਨ, ਤਾਂ ਫਿਰ ਇਨਕਾਰ ਕਿਉਂ ਕੀਤਾ ਗਿਆ? ਅਤੇ ਅਫਸੋਸ ਇਸ ਗੱਲ ਤੇ ਕਿ ਮੇਰੀ ਸਾਰੀ ਸਹੇਲੀਆਂ ਦੇ ਰਿਸ਼ਤੇ ਤੈਅ ਹੋ ਚੁੱਕੇ ਸਨ। ਮੈਂ ਹੀ ਰਹਿ ਗਈ ਸੀ। ਮੈਨੂੰ ਇਸ ਰਿਸ਼ਤੇ ਦੇ ਨਾ ਹੋਣ ਤੇ ਬਹੁਤ ਦੁੱਖ ਸੀ, ਕਿਉਂਕਿ ਇਸ ਵਿੱਚ ਨਾ ਕਹਿਣ ਦਾ ਕੋਈ ਸਵਾਲ ਨਹੀਂ ਸੀ। ਪਰ ਦਾਦਾ ਨਾ ਜਾਣੇ ਕਿਉਂ
ਸਾਫ਼ ਮਨਾ ਕਰ ਰਹੇ ਸਨ। ਮੈਂ ਪਹਿਲਾਂ ਤਾਂ ਦਰਵਾਜ਼ੇ ਕੋਲ ਜਾ ਕੇ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ ਕਿ ਆਖਰ ਦਾਦਾ ਕੁੜੀਆਂ ਨਾਲ ਕਰਦੇ ਕੀ ਹਨ ਅਤੇ ਲੋਕ ਇੰਨੇ ਘੱਟ ਅਕਲ ਕਿਵੇਂ ਹੋ ਸਕਦੇ ਹਨ ਜੋ ਸਜੀ ਸਜਾਈ ਦੁਲਹਨ ਉਹਨਾਂ ਦੇ ਕਮਰੇ ਵਿੱਚ ਛੱਡ ਦਿੰਦੇ ਹਨ। ਇੱਥੋਂ ਤੱਕ ਕਿ ਦੁੱਲੇ ਨੂੰ ਵੀ ਇਹ ਮਨਜ਼ੂਰ ਹੁੰਦਾ ਹੈ। ਭਲਾ ਇਹ ਕੀ ਹਨੇਰ ਨਗਰੀ ਹੈ। ਮੈਨੂੰ ਉਹਨਾਂ ਦੀ ਕੁਸਰ ਮੁਸਰ ਸੁਣਾਈ ਦੇ ਰਹੀ ਸੀ, ਪਰ ਸਾਫ਼ ਸਮਝ ਨਹੀਂ ਆ ਰਹੀ ਸੀ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਸਮਝ ਪਾਵਾਂ ਕਿ ਉਹ ਕੀ ਗੱਲਾਂ ਕਰ ਰਹੇ ਹਨ, ਪਰ ਮੈਨੂੰ ਇੱਕ ਸ਼ਬਦ ਵੀ ਸਮਝ ਨਹੀਂ ਆਇਆ। ਫਿਰ ਮੈਂ ਦਰਵਾਜ਼ੇ ਦੀ ਨੋਕ ਤੋਂ ਵੇਖਿਆ ਕਿ ਸ਼ਾਇਦ ਮੈਨੂੰ ਕੁਝ ਨਜ਼ਰ ਆ ਜਾਵੇ ਕਿ ਅਖੀਰ ਕਮਰੇ ਵਿੱਚ ਹੋ ਕੀ ਰਿਹਾ ਹੈ, ਤਾਂ ਸਾਹਮਣੇ ਦੀ ਦੀਵਾਰ ਤੇ ਸਫੇਦ ਰੰਗ ਤੋਂ ਇਲਾਵਾ ਕੁਝ ਵੀ ਦਿਖਾਈ ਨਹੀਂ ਦਿੱਤਾ। ਮੈਂ ਜਿੰਨੀ ਕੋਸ਼ਿਸ਼ ਕਰ ਸਕਦੀ ਸੀ ਮੈਂ ਕਰ ਲਈ, ਪਰ ਅੱਜ ਵੀ ਮੈਂ ਮਾਯੂਸ ਹੋ ਕੇ ਆਪਣੇ ਕਮਰੇ ਵਿੱਚ ਮੁੜ ਆਈ। ਕਮਰੇ ਵਿੱਚ ਆ ਕੇ ਮੈਨੂੰ ਨੀਂਦ ਨਹੀਂ ਆ ਰਹੀ ਸੀ। ਵਾਰ-ਵਾਰ ਇਹ ਖਿਆਲ ਆਉਂਦਾ ਰਿਹਾ ਕਿ ਅਖੀਰ ਕਮਰੇ ਵਿੱਚ ਕੀ ਹੋ ਰਿਹਾ ਹੈ। ਮੈਨੂੰ ਯਾਦ ਆਉਣ ਲੱਗਾ ਕਿ ਜਦੋਂ ਮੈਂ ਛੋਟੀ ਸੀ ਤਾਂ ਮੈਂ ਇਸੇ ਤਰ੍ਹਾਂ ਇੱਕ ਦੁਲਹਨ ਨੂੰ ਦਾਦੇ ਦੇ ਕਮਰੇ ਵਿੱਚ ਜਾਂਦੇ ਹੋਏ ਵੇਖ ਰਹੀ ਸੀ। ਮੈਂ ਮੰਮੀ ਤੋਂ ਪੁੱਛਿਆ ਕਿ ਮੰਮੀ, ਕੀ ਤੁਸੀਂ ਵੀ ਵਿਆਹ ਤੋਂ ਬਾਅਦ ਦਾਦਾ ਜੀ ਦੇ ਕਮਰੇ ਵਿੱਚ ਗਈ ਸੀ? ਮੰਮੀ ਨੇ ਕਿਹਾ, ਚੁੱਪ ਬੇਸ਼ਰਮ, ਮੈਂ ਤਾਂ ਨੂੰਹ ਹਾਂ ਉਹਨਾਂ ਦੀ, ਬਿਲਕੁਲ ਧੀਆਂ ਵਰਗੀ। ਮੰਮੀ ਨੇ ਮੈਨੂੰ ਝਿੜਕ ਦਿੱਤਾ ਸੀ। ਮੈਂ ਉਸ ਵਕਤ 16 ਸਾਲ ਦੀ ਸੀ। ਮੈਂ ਫਿਰ ਮੰਮੀ ਨੂੰ ਕਿਹਾ, ਦਾਦਾ ਅੰਦਰ ਕਰਦੇ ਕੀ ਹਨ? ਮੇਰੀ ਗੱਲ ਤੇ ਉਹਨਾਂ ਨੇ ਇੱਕ ਚਪੇੜ ਮੇਰੇ ਮੂੰਹ ਤੇ ਮਾਰਿਆ। ਮੰਮੀ ਨੇ ਕਿਹਾ, ਜਾ ਇੱਥੋਂ, ਤੇਰੀ ਉਮਰ ਨਹੀਂ ਹੈ ਇਹਨਾਂ ਸਭ ਗੱਲਾਂ ਦੀ। ਮੈਂ ਰੋਣ ਲੱਗੀ ਕਿ ਇਹ ਕੀ ਗੱਲ ਹੋਈ? ਦਾਦਾ ਦੀ ਉਮਰ ਹੈ ਅਜਿਹੀ ਹਰਕਤਾਂ ਕਰਨ ਦੀ ਜੋ ਉਹ ਕਰ ਰਹੇ ਹਨ। ਫਿਲਹਾਲ ਮੈਂ ਪੂਰੀ ਰਾਤ ਸੋ ਨਹੀਂ ਪਾਈ ਸੀ। ਸਵੇਰੇ ਹੀ ਹੇਠਾਂ ਉਤਰ ਗਈ। ਮੇਰੀ ਦੋਸਤ ਕਮਰੇ ਤੋਂ ਬਾਹਰ ਆਈ ਤਾਂ ਉਸ ਦੇ ਹੱਥ ਵਿੱਚ ਇੱਕ ਤੋਹਫੇ ਦਾ ਡੱਬਾ ਸੀ। ਮੈਂ ਝਟਪਟ ਜੀਤੋ ਕੋਲ ਆ ਗਈ, ਉਸ ਦਾ ਹੱਥ ਫੜਿਆ ਅਤੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਈ। ਉਹ ਹੁਣ ਵੀ ਫੈਂਸੀ ਕੱਪੜੇ ਪਹਿਨੇ ਹੋਈ ਸੀ, ਪਰ ਚੁੱਪ-ਚੁੱਪ ਸੀ। ਮੈਂ ਉਸ ਨੂੰ ਕਿਹਾ ਕਿ ਜੀਤੋ, ਦਾਦੇ ਦੇ ਕਮਰੇ ਵਿੱਚ ਕੀ ਸੀ? ਦਾਦਾ ਕਮਰੇ ਵਿੱਚ ਕਰਦੇ ਕੀ ਹਨ? ਮੇਰੀ ਗੱਲ ਤੇ ਉਹ ਭਰੀਆਂ ਅੱਖਾਂ ਨਾਲ ਮੈਨੂੰ ਵੇਖਣ ਲੱਗੀ। ਕਹਿਣ ਲੱਗੀ, ਮੈਨੂੰ ਮੇਰਾ ਪਤੀ ਲੈਣ ਆ ਚੁੱਕਾ ਹੈ, ਮੈਨੂੰ ਜਾਣਾ ਹੈ, ਮੇਰਾ ਹੱਥ ਛੱਡ ਦੇ। ਉਹ ਮੇਰੇ ਤੋਂ ਆਪਣਾ ਹੱਥ ਛੁਡਾ ਕੇ ਤੇਜ਼ੀ ਨਾਲ ਮੇਰੇ ਕਮਰੇ ਤੋਂ ਨਿਕਲ ਗਈ। ਮੈਨੂੰ ਬੜੀ ਹੈਰਾਨੀ ਹੋਈ। ਇਹ ਤਾਂ ਮੇਰੀ ਦੋਸਤ ਸੀ ਜੋ ਮੇਰੇ ਤੋਂ ਕੁਝ ਵੀ ਨਹੀਂ ਛੁਪਾਉਂਦੀ ਸੀ। ਹਰ ਗੱਲ ਜੀਤੋ ਮੇਰੇ ਨਾਲ ਜ਼ਰੂਰ ਕਰਦੀ ਸੀ ਅਤੇ ਜਿਸ ਰਾਜ਼ ਨੂੰ ਮੈਂ ਜਾਣਨ ਲਈ ਇੰਨੇ ਸਾਲਾਂ ਤੋਂ ਬੇਚੈਨ ਸੀ, ਮੈਨੂੰ ਪੂਰੀ ਉਮੀਦ ਸੀ ਕਿ ਸਵੇਰ ਹੁੰਦੇ ਹੀ ਮੈਨੂੰ ਇਹ ਰਾਜ਼ ਪਤਾ ਲੱਗ ਜਾਵੇਗਾ। ਮੈਨੂੰ ਫਿਰ ਤੋਂ ਨਿਰਾਸ਼ਾ ਹੋਈ। ਮੈਨੂੰ ਜੀਤੋ ਤੇ ਗੁੱਸਾ ਵੀ ਆਉਣ ਲੱਗਾ ਕਿ ਜੇਕਰ ਉਸ ਦੇ ਨਾਲ ਕੁਝ ਗਲਤ ਵੀ ਹੋਇਆ ਸੀ ਤਾਂ ਉਸ ਨੂੰ ਦੱਸਣਾ ਚਾਹੀਦਾ ਸੀ। ਮੈਨੂੰ ਆਪਣੇ ਦਾਦਾ ਇਸ ਇੱਕ ਵਜ੍ਹਾ ਕਰਕੇ ਕਦੇ ਚੰਗੇ ਨਹੀਂ ਲੱਗੇ ਸਨ। ਹਾਲਾਂਕਿ ਉਹਨਾਂ ਦਾ ਰਵੱਈਆ ਮੇਰੇ ਪ੍ਰਤੀ ਬਹੁਤ ਪਿਆਰ ਭਰਿਆ ਸੀ। ਚਾਚਾ ਦੀ ਕੋਈ ਔਲਾਦ ਨਹੀਂ ਸੀ ਅਤੇ ਮੈਂ ਵੀ ਆਪਣੇ ਮਾਂ-ਬਾਪ ਦੀ ਇਕਲੌਤੀ ਔਲਾਦ ਸੀ। ਮੇਰੀ ਮੰਮੀ ਮੈਨੂੰ ਦੱਸਦੀ ਹੈ ਕਿ ਦਾਦੀ ਦੀ ਮੌਤ ਉਸ ਵਕਤ ਹੋਈ ਸੀ ਜਦੋਂ ਤੇਰੇ ਪਿਤਾ ਅਤੇ ਚਾਚਾ ਛੋਟੇ ਸਨ, ਪਰ ਦਾਦਾ ਨੇ ਦੂਜਾ ਵਿਆਹ ਨਹੀਂ ਕੀਤਾ। ਮੰਮੀ ਤਾਂ ਇਸ ਗੱਲ ਨੂੰ ਐਦਾਂ ਕਹਿ ਰਹੀ ਸੀ ਜਿਵੇਂ ਦਾਦਾ ਨੇ ਦਾਦੀ ਦੇ ਨਾਂ 'ਤੇ ਸਾਰੀ ਉਮਰ ਗੁਜ਼ਾਰ ਦਿੱਤੀ ਹੋਵੇ। ਮੈਨੂੰ ਸੁਣ ਕੇ ਤਾਜੁਬ ਹੋਇਆ ਸੀ। ਮੈਂ ਦਿਲ ਵਿੱਚ ਸੋਚਿਆ, ਚੰਗਾ ਹੁੰਦਾ ਜੋ ਦੂਜਾ ਵਿਆਹ ਕਰ ਹੀ ਲੈਂਦੇ। ਦੂਜੀ ਦਾਦੀ ਘੱਟੋ ਘੱਟ ਉਹਨਾਂ ਨੂੰ ਇਹ ਸਭ ਜੁਰਮ ਤਾਂ ਨਾ ਕਰਨ ਦਿੰਦੀ ਜੋ ਹਰ ਨਵੀਂ ਦੁਲਹਨ ਨਾਲ ਇਹ ਕਰਦੇ ਹਨ। ਮੈਂ ਵੀ ਦਿਲ ਵਿੱਚ ਪੱਕਾ ਇਰਾਦਾ ਕਰ ਲਿਆ ਕਿ ਜੀਤੋ ਤੋਂ ਸੱਚ ਉਗਲਵਾ ਕੇ ਹੀ ਰਹਾਂਗੀ। ਥੋੜੇ ਦਿਨਾਂ ਬਾਅਦ ਮੈਂ ਜੀਤੋ ਦੇ ਸਹੁਰੇ ਘਰ ਪਹੁੰਚ ਗਈ। ਉਸ ਵਕਤ ਉਹ ਬਿਲਕੁਲ ਨਾਰਮਲ ਸੀ। ਮੈਨੂੰ ਵੇਖ ਕੇ ਮੁਸਕਰਾ ਕੇ ਗੱਲ ਲੱਗੀ। ਆਪਣੇ ਸਹੁਰੇ ਘਰ ਵਿੱਚ ਮੇਰੀ ਤਾਰੀਫ ਕਰਨ ਲੱਗੀ। ਉਸ ਦਾ ਪਤੀ ਵੀ ਮੇਰੇ ਨਾਲ ਖੁਸ਼ ਹੋ ਕੇ ਮਿਲਿਆ। ਮੈਨੂੰ ਉਸ ਦੇ ਪਤੀ ਨੂੰ ਵੇਖ ਕੇ ਕਿਤੋਂ ਨਹੀਂ ਲੱਗ ਰਿਹਾ ਸੀ ਕਿ ਉਸ ਨੂੰ ਆਪਣੀ ਦੁਲਹਨ ਨੂੰ ਇੱਕ ਰਾਤ ਦਾਦੇ ਕੋਲ ਭੇਜਣ ਤੋਂ ਕੋਈ ਇਤਰਾਜ਼ ਜਾਂ ਨਾਰਾਜ਼ਗੀ ਸੀ। ਮੈਂ ਜੀਤੋ ਨੂੰ ਕਿਹਾ, ਅਸੀਂ ਇਕੱਲੇ ਬੈਠ ਕੇ ਗੱਲਾਂ ਕਰ ਸਕਦੇ ਹਾਂ। ਉਹ ਇਹ ਸੁਣ ਕੇ ਕੁਝ ਦੁਵਿਧਾ ਵਿੱਚ ਪੈ ਗਈ, ਪਰ ਮੈਂ ਆਪਣੇ ਆਪ ਹੀ ਉਸ ਨੂੰ ਉਸ ਦਾ ਕਮਰਾ ਪੁੱਛਣ ਲੱਗੀ। ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ। ਜਦੋਂ ਮੈਂ ਦੁਬਾਰਾ ਜੀਤੋ ਤੋਂ ਉਹੀ ਸਵਾਲ ਦੁਹਰਾਇਆ ਤਾਂ ਉਹ ਗੁੱਸੇ ਨਾਲ ਉਖੜ ਗਈ। ਕਹਿਣ ਲੱਗੀ, ਮੈਨੂੰ ਕੀ ਪੁੱਛ ਰਹੀ ਹੈ? ਜਾ ਕੇ ਆਪਣੇ ਦਾਦਾ ਤੋਂ ਪੁੱਛ। ਮੈਂ ਕਿਹਾ, ਜੇਕਰ ਤੇਰੇ ਨਾਲ ਕੁਝ ਗਲਤ ਹੋਇਆ ਹੈ ਤਾਂ ਤੂੰ ਚੁੱਪ ਕਿਉਂ ਹੈ? ਤੈਨੂੰ ਸਭ ਨੂੰ ਦੱਸਣਾ ਚਾਹੀਦਾ ਹੈ। ਮੇਰੀ ਗੱਲ ਸੁਣ ਕੇ ਉਹ ਚੀਕ ਕੇ ਬੋਲੀ, ਮੈਂ ਸਿਰਫ ਤੇਰੀ ਵਜ੍ਹਾ ਨਾਲ ਚੁੱਪ ਹਾਂ, ਸਮਝੀ? ਹੁਣ ਨਿਕਲ ਮੇਰੇ ਘਰ ਤੋਂ, ਅਤੇ ਤੈਨੂੰ ਜ਼ਿਆਦਾ ਹੀ ਜਾਣਨ ਦਾ ਸ਼ੌਕ ਹੈ ਤਾਂ ਕਿਸੇ ਦਿਨ
ਆਪਣੇ ਆਪ ਦੁਲਹਨ ਬਣ ਕੇ ਦਾਦੇ ਦੇ ਕਮਰੇ ਵਿੱਚ ਬੈਠ ਜਾਣਾ। ਸੱਚ ਪਤਾ ਲੱਗ ਜਾਵੇਗਾ ਤੈਨੂੰ। ਉਹ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਸੀ। ਮੈਂ ਘਰ ਵਾਪਸ ਪਰਤ ਆਈ। ਪਹਿਲਾਂ ਤਾਂ ਮੈਨੂੰ ਜੀਤੋ ਦੇ ਘਰ ਜਾਣ 'ਤੇ ਬਹੁਤ ਅਫਸੋਸ ਹੋਇਆ। ਮੈਂ ਜੀਤੋ ਲਈ ਦਿਲੀ ਹਮਦਰਦੀ ਮਹਿਸੂਸ ਕਰਦੇ ਹੋਈ ਗਈ ਸੀ, ਪਰ ਉਸਨੇ ਮੇਰਾ ਜਰਾ ਵੀ ਲਿਹਾਜ਼ ਨਹੀਂ ਕੀਤਾ ਸੀ। ਮੈਨੂੰ ਕੀ ਨਹੀਂ ਸੁਣਾਇਆ ਸੀ। ਕੁਝ ਦਿਨ ਤਾਂ ਮੈਨੂੰ ਜੀਤੋ 'ਤੇ ਬਹੁਤ ਗੁੱਸਾ ਆਉਂਦਾ ਰਿਹਾ, ਪਰ ਫਿਰ ਮੈਂ ਸੋਚਿਆ ਕਿ ਕੀ ਹਰਜ ਹੈ ਕਿ ਮੈਂ ਇੱਕ ਵਾਰ ਦੁਲਹਨ ਬਣ ਕੇ ਦਾਦੇ ਦੇ ਕਮਰੇ ਵਿੱਚ ਬੈਠ ਜਾਵਾਂ। ਅਖੀਰ ਪਤਾ ਤਾਂ ਚੱਲੇ ਕਿ ਉਹ ਕਰਦੇ ਕੀ ਹਨ। ਇਹ ਸੋਚ ਆਉਂਦੇ ਹੀ ਦੂਜੇ ਹੀ ਪਲ ਮੈਂ ਕੰਬ ਕੇ ਰਹਿ ਗਈ। ਤੌਬਾ ਤੌਬਾ, ਮੈਂ ਵੀ ਕੀ ਸੋਚ ਰਹੀ ਹਾਂ। ਮੈਂ ਆਪਣੇ ਆਪ ਹੀ ਆਪਣੀ ਸੋਚ ਦੀ ਜਾਂਚ ਕਰ ਦਿੱਤੀ ਅਤੇ ਉਸ ਦੇ ਬਾਅਦ ਮੈਂ ਇਸ ਮੁੱਦੇ 'ਤੇ ਸੋਚਣ ਤੋਂ ਬਚਣਾ ਸ਼ੁਰੂ ਕਰ ਦਿੱਤਾ। ਉਹਨਾਂ ਦਿਨਾਂ ਮੇਰਾ ਇੱਕ ਹੋਰ ਰਿਸ਼ਤਾ ਆ ਗਿਆ। ਉਹ ਰਿਸ਼ਤਾ ਵੀ ਸਾਡੇ ਮੁਕਾਬਲੇ ਦਾ ਹੀ ਸੀ, ਪਰ ਦਾਦਾ ਜੀ ਦਾ ਉਹੀ ਇਨਕਾਰ ਆਪਣੀ ਜਗ੍ਹਾ ਕਾਇਮ ਸੀ। ਹੁਣ ਤਾਂ ਮੇਰੀ ਬਰਦਾਸ਼ਤ ਜਵਾਬ ਦੇਣ ਲੱਗੀ ਸੀ। ਮੈਂ ਆਪਣੀ ਮੰਮੀ ਨੂੰ ਕਿਹਾ ਕਿ ਬਹੁਤ ਹੋ ਚੁੱਕਿਆ। ਤੁਸੀਂ ਲੋਕ ਕਿਉਂ ਦਾਦਾ ਦੀ ਹਰ ਗੱਲ ਚੁੱਪਚਾਪ ਮੰਨ ਲੈਂਦੇ ਹੋ ਕਿ ਮੈਨੂੰ ਐਵੇਂ ਹੀ ਘਰ ਬਿਠਾ ਕੇ ਰੱਖੋਗੇ। ਮੇਰੀ ਉਮਰ ਦੀ ਸਾਰੀ ਸਹੇਲੀਆਂ ਆਪਣੇ ਘਰ ਜਾ ਚੁੱਕੀ ਹੈ ਅਤੇ ਮੈਂ ਹੁਣ ਤੱਕ ਪੇਕੇ ਦੀ ਦਹਲੀਜ਼ 'ਤੇ ਬੈਠੀ ਹਾਂ, ਉਹ ਵੀ ਸਿਰਫ ਦਾਦਾ ਦੀ ਵਜ੍ਹਾ ਨਾਲ। ਮੇਰੀ ਗੱਲ ਸੁਣ ਕੇ ਮੇਰੀ ਮਾਂ ਮੈਨੂੰ ਗੁੱਸੇ ਨਾਲ ਘੂਰਨ ਲੱਗੀ, ਕਹਿਣ ਲੱਗੀ, ਬੇਸ਼ਰਮ, ਸ਼ਰਮ ਵੇਚਕਾਈ ਹੈ ਤੂੰ, ਜੋ ਆਪਣੇ ਆਪ ਆਪਣੇ ਮੂੰਹੋਂ ਵਿਆਹ ਲਈ ਕਹਿ ਰਹੀ ਹੈ। ਇੱਥੇ ਹੀ ਆਪਣੀ ਜ਼ਬਾਨ ਨੂੰ ਦਬਾ ਲੈ। ਜੇਕਰ ਇਹ ਗੱਲ ਕਿਸੇ ਮਰਦ ਨੇ ਸੁਣੀ ਤਾਂ ਖਰਾਬ ਹੋ ਜਾਵੇਗਾ ਕਿ ਕੁੜੀ ਹੋ ਕੇ ਆਪਣੇ ਵਿਆਹ ਦੀ ਖੁਆਇਸ਼ ਕਰ ਰਹੀ ਹੈ। ਮੰਮੀ ਨੇ ਮੈਨੂੰ ਦੱਬੇ ਲਹਿਜੇ ਵਿੱਚ ਗੁੱਸਾ ਦਿਖਾਉਂਦੇ ਹੋਏ ਕਿਹਾ ਤਾਂ ਕਿ ਉਹਨਾਂ ਦੀ ਆਵਾਜ਼ ਕਮਰੇ ਤੋਂ ਬਾਹਰ ਨਾ ਚਲੀ ਜਾਵੇ। ਪਰ ਮੰਮੀ ਦੀ ਗੱਲ ਸੁਣ ਕੇ ਤਾਂ ਮੇਰੇ ਸਰੀਰ ਵਿੱਚ ਅੱਗ ਜਿਹੀ ਲੱਗ ਗਈ ਸੀ। ਹਾਂ, ਚੰਗੇ ਸਿਧਾਂਤ ਹੈ ਤੁਸੀਂ ਲੋਕਾਂ ਦੇ। ਮੇਰੀ ਉਮਰ ਗੁਜ਼ਰਦੀ ਜਾ ਰਹੀ ਹੈ, ਪਰ ਕਿਸੇ ਨੂੰ ਮੇਰੇ ਵਿਆਹ ਦੀ ਫਿਕਰ ਨਹੀਂ ਹੈ। ਅਤੇ ਜੇਕਰ ਮੈਂ ਆਪਣੇ ਮੂੰਹੋਂ ਵਿਆਹ ਦੀ ਗੱਲ ਕਹਾਂ ਤਾਂ ਮੈਂ ਗਲਤ ਹੋ ਜਾਂਦੀ ਹਾਂ। ਅਤੇ ਉਹ ਦਾਦਾ ਜੋ ਖੁੱਲ੍ਹੇਆਮ ਨਵੀਂ ਨਵੇਲੀ ਦੁਲਹਨ ਬਣੀ ਕੁੜੀ ਨਾਲ ਰੰਗਰਲੀਆਂ ਮਨਾਉਂਦੇ ਹਨ, ਉਹ ਕਿਸੇ ਨੂੰ ਗਲਤ ਨਹੀਂ ਲੱਗਦਾ। ਉਸ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਮੇਰੀ ਗੱਲ ਸੁਣ ਕੇ ਮੇਰੀ ਮੰਮੀ ਨੇ ਉੱਠ ਕੇ ਮੇਰੇ ਮੂੰਹ 'ਤੇ ਜ਼ੋਰਦਾਰ ਚਪੇੜ ਮਾਰੀ ਅਤੇ ਕਹਿਣ ਲੱਗੀ, ਬਹੁਤ ਜ਼ਬਾਨ ਚੱਲਣ ਲੱਗੀ ਹੈ ਤੇਰੀ। ਆਇੰਦਾ ਜੇਕਰ ਦਾਦੇ ਵਿਰੁੱਧ ਇੱਕ ਲਫ਼ਜ਼ ਵੀ ਕਿਹਾ ਤਾਂ ਤੇਰੇ ਪਾਪਾ ਨੂੰ ਦੱਸ ਦੇਵਾਂਗੀ, ਉਹ ਤੈਨੂੰ ਜਿੰਦਾ ਨਹੀਂ ਛੱਡਣਗੇ। ਮੈਂ ਆਪਣੀ ਮਾਂ ਦੀ ਸ਼ਕਲ ਵੇਖਦੀ ਰਹਿ ਗਈ। ਹੁਣ ਤਾਂ ਮੇਰੀ ਇਹ ਜਾਣਨ ਦੀ ਇੱਛਾ ਹੋਰ ਵੀ ਵੱਧ ਗਈ ਕਿ ਅਖੀਰ ਦਾਦਾ ਅਜਿਹਾ ਵੀ ਕੀ ਨੇਕ ਕੰਮ ਕਰਦੇ ਸਨ। ਨਵੀਂ ਨਵੇਲੀ ਦੁਲਹਨ ਨਾਲ ਇੱਕ ਕਮਰੇ ਵਿੱਚ ਰਹਿੰਦੇ ਹੋਏ, ਉਹ ਵੀ ਤਨਹਾਈ ਵਿੱਚ, ਜੋ ਸਭ ਦੇ ਦਿਲ ਵਿੱਚ ਉਹਨਾਂ ਦੀ ਇੰਨੀ ਇੱਜ਼ਤ ਹੈ ਕਿ ਕੋਈ ਵੀ ਉਹਨਾਂ ਦੇ ਕਿਰਦਾਰ 'ਤੇ ਸ਼ੱਕ ਨਹੀਂ ਕਰਦਾ। ਨਾ ਕੋਈ ਪਤੀ ਆਪਣੀ ਪਤਨੀ ਤੋਂ ਉਸ ਰਾਤ ਦੀ ਗੱਲ ਸਪਸ਼ਟ ਕਰਦਾ ਹੈ ਕਿ ਮੇਰੇ ਨਾਲ ਵਿਆਹ ਹੁੰਦੇ ਹੋਏ ਵੀ ਕਿਸੇ ਗੈਰ ਮਰਦ ਨਾਲ ਰਾਤ ਕਿਉਂ ਗੁਜ਼ਾਰ ਕੇ ਆਈ ਹੈ। ਕਿਵੇਂ ਦੀ ਹਨੇਰ ਨਗਰੀ ਹੈ ਜਿੱਥੇ ਅਜਿਹਾ ਘਟੀਆ ਰਿਵਾਜ ਆਮ ਹੈ। ਜੋ ਬੇਵਕੂਫ ਇਨਸਾਨ ਇਹਨਾਂ ਨੂੰ ਇੱਕ ਵਾਰ ਵੀ ਬਿਨਾਂ ਸੋਚੇ ਸਮਝੇ ਆਪਣੀ ਇੱਜ਼ਤ ਨੂੰ ਰਾਤ ਭਰ ਲਈ ਉਹਨਾਂ ਕੋਲ ਭੇਜ ਦਿੰਦੇ ਹਨ। ਮੈਨੂੰ ਸਾਰੇ ਪਿੰਡ ਵਾਲਿਆਂ 'ਤੇ ਗੁੱਸਾ ਆਉਣ ਲੱਗਾ ਸੀ। ਇੰਨੀ ਆਮ ਜਿਹੀ ਗੱਲ ਵੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਜਿੱਥੇ ਮਰਦ ਅਤੇ ਔਰਤ ਤਨਹਾ ਹੈ, ਉੱਥੇ ਤੀਜਾ ਸ਼ੈਤਾਨ ਹੁੰਦਾ ਹੈ। ਇਹ ਕਿਵੇਂ ਸੰਭਵ ਹੈ ਕਿ ਇੱਕ ਜਵਾਨ ਕੁੜੀ ਜੋ ਦੁਲਹਨ ਦੇ ਰੂਪ ਵਿੱਚ ਸਜੀ ਸੰਵਰੀ ਬੈਠੀ ਹੈ ਅਤੇ ਇੱਕ ਮਰਦ ਚਾਹੇ ਉਹ ਉਮਰ ਦੇ ਕਿਸੇ ਵੀ ਪੜਾਅ ਵਿੱਚ ਉਸ ਦੁਲਹਨ ਨੂੰ ਪੂਰੀ ਰਾਤ ਛੂਹੇ ਵੀ ਨਾ। ਮੇਰੀ ਅਕਲ ਹੈਰਾਨ ਸੀ। ਹੁਣ ਮੈਨੂੰ ਕਿਸੇ ਨਵੇਂ ਵਿਆਹ ਦਾ ਇੰਤਜ਼ਾਰ ਕਰਨ ਲੱਗਾ। ਮੈਂ ਦਿਲ ਵਿੱਚ ਪੱਕਾ ਇਰਾਦਾ ਕਰ ਚੁੱਕੀ ਸੀ ਕਿ ਇਸ ਵਾਰ ਦੁਲਹਨ ਦੀ ਬਜਾਏ ਦਾਦੇ ਦੇ ਕਮਰੇ ਵਿੱਚ ਮੈਂ ਜਾਵਾਂਗੀ। 2 ਮਹੀਨੇ ਬਾਅਦ ਇੱਕ ਕੁੜੀ ਦੇ ਵਿਆਹ ਦਾ ਬੁਲਾਵਾ ਆਇਆ ਸੀ। ਦਾਦਾ ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਖੁਸ਼ ਸਨ। ਇੱਥੋਂ ਤੱਕ ਕਿ ਆਪਣੇ ਵਾਲਾਂ 'ਤੇ ਮਹਿੰਦੀ ਵੀ ਲਗਾਈ। ਵਿਆਹ ਵਾਲਾ ਨਵਾਂ ਜੋੜਾ ਪਾਇਆ। ਇਤਰ ਦੀ ਖੁਸ਼ਬੂ ਪਹਿਲਾਂ ਤੋਂ ਜ਼ਿਆਦਾ ਲਗਾਈ। ਇਹ ਸਭ ਵੇਖ ਕੇ ਮੇਰਾ ਦਿਲ ਨਿਰਾਸ਼ ਹੋ ਗਿਆ ਸੀ। ਜਦੋਂ ਮੈਂ ਦੁਲਹਨ ਨੂੰ ਵੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਉਹ 16 ਸਾਲ ਦੀ ਖੂਬਸੂਰਤ ਅਤੇ ਹਸੀਨ ਕੁੜੀ ਸੀ। ਇੰਨੀ ਹਸੀਨ ਕਿ ਮੈਂ ਵੇਖ ਕੇ ਹੈਰਾਨ ਰਹਿ ਗਈ। ਉਹ ਕੁੜੀ ਬੁਰੀ ਤਰ੍ਹਾਂ ਘਬਰਾਈ ਹੋਈ ਅਤੇ ਬਦਹਵਾਸ ਸੀ। ਪਹਿਲਾਂ ਉਸ ਨੂੰ ਸਾਡੇ ਵੱਡੇ ਲਾਉਂਜ ਵਿੱਚ ਬਿਠਾਇਆ ਗਿਆ। ਮੈਂ ਕਿਚਨ ਤੋਂ ਬਾਹਰ ਨਿਕਲ ਕੇ ਮੇਨ ਸਵਿਚ ਆਫ ਕਰ ਦਿੱਤਾ। ਤਿਆਰ ਤਾਂ ਇਸ ਵਾਰ ਮੈਂ ਵੀ ਬਹੁਤ ਚੰਗੀ ਤਰ੍ਹਾਂ ਹੋਈ ਸੀ। ਇਸ ਲਈ ਜਿਵੇਂ ਹੀ ਹਨੇਰਾ ਹੋਇਆ, ਮੈਂ ਲਾਉਂਜ ਵਿੱਚ ਜਾ ਕੇ ਦੁਲਹਨ ਦਾ ਹੱਥ ਫੜਿਆ ਅਤੇ ਕਿਹਾ ਕਿ ਚੱਲ ਮੇਰੇ ਨਾਲ। ਮੈਂ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਈ। ਮੈਂ ਜਲਦੀ ਉਸ ਦਾ ਦੁਪੱਟਾ ਉਤਾਰਿਆ ਅਤੇ ਆਪਣੇ ਆਪ 'ਤੇ ਲੈ ਲਿਆ।
ਆਪਣਾ ਦੁਪੱਟਾ ਉਸ ਨੂੰ ਦਿੱਤਾ ਤੇ ਕਿਹਾ ਕਿ ਤੂੰ ਮੇਰੇ ਕਮਰੇ ਤੋਂ ਬਾਹਰ ਨਾ ਨਿਕਲਣਾ। ਉਹ ਮੈਨੂੰ ਹੈਰਾਨੀ ਨਾਲ ਵੇਖ ਰਹੀ ਸੀ। ਮੈਂ ਦੁਪੱਟੇ ਨਾਲ ਆਪਣਾ ਕੁੰਡ ਕੱਢਿਆ ਅਤੇ ਹੇਠਾਂ ਜਾ ਕੇ ਦੁਲਹਨ ਦੀ ਜਗ੍ਹਾ ਤੇ ਬੈਠ ਗਈ। ਕੁਝ ਦੇਰ ਬਾਅਦ ਹੀ ਕਿਸੇ ਨੇ ਮੇਨ ਸਵਿਚ ਆਨ ਕਰ ਦਿੱਤਾ। ਸਭ ਪਰੇਸ਼ਾਨ ਸਨ ਕਿ ਮੇਨ ਸਵਿਚ ਬੰਦ ਕਿਸ ਨੇ ਕੀਤਾ ਸੀ। ਫਿਰ ਮੈਨੂੰ ਦੁਲਹਨ ਸਮਝ ਕੇ ਦਾਦੇ ਦੇ ਕਮਰੇ ਵਿੱਚ ਬਿਠਾ ਦਿੱਤਾ। ਮੇਰਾ ਦਿਲ ਨਾ ਜਾਣੇ ਕਿਉਂ ਖੌਫ ਨਾਲ ਤੜਫ ਰਿਹਾ ਸੀ। ਇੰਨਾ ਵੱਡਾ ਕਦਮ ਉਠਾ ਤਾਂ ਲਿਆ ਸੀ, ਪਰ ਹੁਣ ਮੈਂ ਬਹੁਤ ਘਬਰਾ ਰਹੀ ਸੀ। ਜੇਕਰ ਮੇਰੀ ਪੋਲ ਖੁੱਲ੍ਹ ਗਈ ਤਾਂ ਮੇਰੇ ਮਾਂ-ਬਾਪ ਤਾਂ ਮੈਨੂੰ ਮਾਰ ਹੀ ਦੇਣਗੇ। ਪਰ ਹੁਣ ਕੀ ਹੋ ਸਕਦਾ ਸੀ। ਉਸ ਵਕਤ ਦਾਦੇ ਦੇ ਕਮਰੇ ਵਿੱਚ ਦੁਲਹਨ ਦੀ ਜਗ੍ਹਾ ਬੈਠ ਚੁੱਕੀ ਸੀ। ਦਾਦੇ ਨੇ ਜਦੋਂ ਕਮਰੇ ਵਿੱਚ ਦਾਖਲ ਹੋ ਕੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ, ਮੈਨੂੰ ਲੱਗਾ ਮੇਰਾ ਦਿਲ ਵੀ ਬੰਦ ਹੋ ਗਿਆ। ਜੇਕਰ ਉਹ ਮੇਰਾ ਕੁੰਡ ਉਠਾ ਲੈਣਗੇ ਤਾਂ ਕੀ ਹੋਵੇਗਾ। ਸੋਚ ਕੇ ਮੇਰੇ ਅੰਦਰ ਤੋਂ ਜਾਨ ਨਿਕਲ ਰਹੀ ਸੀ। ਕੁਝ ਹੀ ਦੇਰ ਵਿੱਚ ਦਾਦਾ ਮੇਰੇ ਸਾਹਮਣੇ ਬੈਠ ਗਏ ਅਤੇ ਕਹਿਣ ਲੱਗੇ, ਅੱਜ ਤੱਕ ਜਿੰਨੀ ਵੀ ਕੁੜੀਆਂ ਮੇਰੇ ਕੋਲ ਆਈਆਂ ਹਨ, ਤੂੰ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਘੱਟ ਉਮਰ ਤੇ ਸੁੰਦਰ ਹੈ। ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਤੈਨੂੰ ਕੱਲ ਵਾਪਸ ਨਹੀਂ ਜਾਣ ਦੇਵਾਂਗਾ। ਤੈਨੂੰ ਕੱਲ ਤਲਾਕ ਦਿਵਾ ਕੇ ਆਪਣੇ ਕੋਲ ਹੀ ਰੱਖਾਂਗਾ, ਕਿਉਂਕਿ ਮੇਰਾ ਦਿਲ ਤੇਰੇ ਤੇ ਆ ਗਿਆ ਹੈ। ਉਸ ਤੋਂ ਪਹਿਲਾਂ ਕਿ ਉਹ ਮੇਰਾ ਕੁੰਡ ਚੁੱਕ ਦੇ, ਮੈਂ ਕਿਹਾ, ਇਹ ਕਿਵੇਂ ਸੰਭਵ ਹੈ? ਮੈਂ ਕਿਸੇ ਹੋਰ ਦੀ ਦੁਲਹਨ ਹਾਂ। ਉਹ ਕਹਿਣ ਲੱਗੇ, ਮੈਂ ਕਹਿ ਦੇਵਾਂਗਾ ਕਿ ਤੂੰ ਚਰਿੱਤਰ ਦੀ ਚੰਗੀ ਨਹੀਂ ਹੈ। ਮੇਰੀ ਗੱਲ ਤੇ ਸਭ ਭਰੋਸਾ ਕਰਨਗੇ। ਜੇਕਰ ਤੂੰ ਮੇਰੀ ਇਹ ਗੱਲ ਆਰਾਮ ਨਾਲ ਮੰਨ ਲਵੇਗੀ ਤਾਂ ਮੈਂ ਤੈਨੂੰ ਆਪਣੀ ਜਾਇਦਾਦ ਵਿੱਚੋਂ ਬਹੁਤ ਕੁਝ ਦੇਵਾਂਗਾ। ਮੈਂ ਕਿਹਾ, ਮੈਨੂੰ ਮਨਜ਼ੂਰ ਹੈ। ਮੈਨੂੰ ਉਂਝ ਵੀ ਆਪਣਾ ਪਤੀ ਪਸੰਦ ਨਹੀਂ ਹੈ। ਮੈਂ ਤੁਹਾਡੇ ਨਾਲ ਖੁਸ਼ੀ-ਖੁਸ਼ੀ ਰਹਿਣਾ ਚਾਹਾਂਗੀ, ਜੇਕਰ ਤੁਸੀਂ ਮੇਰੀ ਇੱਕ ਸ਼ਰਤ ਮੰਨ ਲਓ ਤਾਂ। ਉਹ ਕਹਿਣ ਲੱਗੇ, ਜੋ ਕਹੇਗੀ ਮੈਂ ਜ਼ਰੂਰ ਪੂਰਾ ਕਰਾਂਗਾ। ਮੈਂ ਕਿਹਾ, ਤੁਸੀਂ ਮੇਰਾ ਕੁੰਡ ਚੁੱਕੇ ਬਿਨਾਂ ਮੈਨੂੰ ਆਪਣੀ ਹਰ ਸੱਚਾਈ ਤੋਂ ਅਗਾਹ ਕਰ ਦਿਓ ਤਾਂ ਮੈਂ ਸਾਰੀ ਜ਼ਿੰਦਗੀ ਤੁਹਾਡੀ ਦਾਸੀ ਬਣ ਕੇ ਗੁਜ਼ਾਰ ਦੇਵਾਂਗੀ। ਉਹ ਕਹਿਣ ਲੱਗੇ, ਠੀਕ ਹੈ, ਤੂੰ ਤਾਂ ਬਹੁਤ ਚੰਗੀ ਹੈ ਜੋ ਮੇਰੀ ਗੱਲ ਖੁਸ਼ੀ ਨਾਲ ਮੰਨਣ ਨੂੰ ਤਿਆਰ ਹੋ ਗਈ। ਸਵੇਰੇ ਹੀ ਮੈਂ ਤੁਹਾਡੇ ਬਾਰੇ ਲੋਕਾਂ ਦੇ ਦਿਲਾਂ ਵਿੱਚ ਗਲਤਫਹਿਮੀ ਪਾ ਦੇਵਾਂਗਾ ਕਿ ਇਸ ਕੁੜੀ ਦਾ ਚਰਿੱਤਰ ਚੰਗਾ ਨਹੀਂ ਹੈ। ਤੇਰਾ ਪਤੀ ਤੈਨੂੰ ਛੱਡ ਦੇਵੇਗਾ ਅਤੇ ਮੈਂ ਕਹਾਂਗਾ ਕਿ ਮੇਰਾ ਦਿਲ ਬਹੁਤ ਨਰਮ ਹੈ, ਇਸ ਲਈ ਮੈਂ ਇਸ ਨੂੰ ਅਪਣਾ ਲੈਂਦਾ ਹਾਂ। ਮੈਂ ਕਿਹਾ, ਹੁਣ ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਕਿਵੇਂ ਲੋਕਾਂ ਨੂੰ ਮੂਰਖ ਬਣਾ ਲਿਆ? ਮੇਰੀ ਗੱਲ ਤੇ ਉਹ ਹੱਸ ਕੇ ਬੋਲੇ, ਇਹ ਭੋਲੇ ਭਾਲੇ ਪਿੰਡ ਦੇ ਲੋਕ ਮੂਰਖ ਹਨ। ਇੱਦਾਂ ਹੀ ਕਿਸੇ ਗੱਲ ਤੇ ਇਹਨਾਂ ਨੂੰ ਗੁੰਮਰਾਹ ਕਰ ਦਿਓ ਤਾਂ ਇਹ ਪੀੜ੍ਹੀ ਦਰ ਪੀੜ੍ਹੀ ਇੱਕ ਹੀ ਗੱਲ ਨੂੰ ਬਿਨਾਂ ਸੋਚੇ ਸਮਝੇ ਕਿਸੇ ਰਿਵਾਜ ਦੀ ਤਰ੍ਹਾਂ ਅਪਣਾਏ ਰੱਖਦੇ ਹਨ। ਫਿਰ ਉਹ ਬੋਲੇ ਕਿ ਉਹ ਸ਼ੁਰੂ ਤੋਂ ਹੀ ਸਭ ਦੇ ਦਿਲਾਂ ਵਿੱਚ ਆਪਣੀ ਸ਼ੋਹਰਤ ਦੀ ਧਾਕ ਵਿਠਾ ਚੁੱਕੇ ਸਨ। ਜਦੋਂ ਦਾਦੀ ਦੀ ਮੌਤ ਹੋਈ, ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਉਹ ਦੂਜਾ ਵਿਆਹ ਨਹੀਂ ਕਰਨਗੇ, ਕਿਉਂਕਿ ਉਹਨਾਂ ਦੇ ਸੁਪਨੇ ਵਿੱਚ ਇੱਕ ਨੇਕ ਬਜ਼ੁਰਗ ਆਉਣ ਲੱਗੇ ਹਨ, ਜਿਨ੍ਹਾਂ ਦੀ ਨੇਕ ਰੂਹ ਉਹਨਾਂ ਅੰਦਰ ਵਸ ਜਾਂਦੀ ਹੈ ਅਤੇ ਉਹ ਹਰ ਬਦਚਲਨ ਕੁੜੀ ਦਾ ਕਿਰਦਾਰ ਇੱਕ ਰਾਤ ਵਿੱਚ ਹੀ ਜਾਣ ਜਾਂਦੇ ਹਨ ਅਤੇ ਉਹ ਪਵਿੱਤਰ ਰੂਹ ਔਰਤ ਦੀ ਖਵਾਇਸ਼ ਤੋਂ ਪਰੇ ਹੈ। ਉਸ ਔਰਤ ਨੂੰ ਬਿਨਾਂ ਛੂਏ ਹੀ ਇੱਕ ਪ੍ਰਕਿਰਿਆ ਕਰਨ ਨਾਲ ਉਸ ਦੀ ਪਵਿੱਤਰ ਰੂਹ ਬਾਰੇ ਦੱਸ ਦਿੰਦੀ ਹੈ। ਸਗੋਂ ਉਹ ਪ੍ਰਕਿਰਿਆ ਪੂਰੀ ਪੜ੍ਹਨੀ ਪੈਂਦੀ ਹੈ, ਜਿਸ ਵਿੱਚ ਇੱਕ ਰਾਤ ਦਾ ਸਮਾਂ ਲੱਗਦਾ ਹੈ। ਲੋਕ ਇਹ ਸੁਣ ਕੇ ਮੇਰੇ ਦਾਦਾ ਦੀ ਗੱਲ ਤੇ ਭਰੋਸਾ ਕਰਨ ਲੱਗੇ। ਦਾਦਾ ਨੂੰ ਔਰਤਾਂ ਦੀ ਹਵਸ ਸੀ, ਇਸ ਲਈ ਉਹ ਆਪਣੀ ਖਵਾਇਸ਼ ਨੂੰ ਪੂਰਾ ਕਰਨ ਲਈ ਇਹ ਰਸਤਾ ਅਪਣਾ ਰਹੇ ਸਨ। ਹਰ ਕੁੰਵਾਰੀ ਕੁੜੀ ਨੂੰ ਉਹ ਰਾਤ ਨੂੰ ਕਹਿ ਦਿੰਦੇ ਕਿ ਤੂੰ ਇਹ ਦੁੱਧ ਪੀ ਲੈ ਅਤੇ ਸੋ ਜਾ, ਤਾਂ ਕਿ ਮੈਂ ਆਪਣਾ ਕੰਮ ਸ਼ੁਰੂ ਕਰਾਂ। ਜਿਵੇਂ ਹੀ ਉਹ ਦੁੱਧ ਪੀ ਲੈਂਦੀ ਅਤੇ ਨਸ਼ੇ ਦੀ ਵਜ੍ਹਾ ਨਾਲ ਸੋ ਜਾਂਦੀ, ਉਹ ਆਪਣੀ ਹਵਸ ਉਸ ਨਾਲ ਪੂਰੀ ਕਰ ਲੈਂਦੀ ਅਤੇ ਸਵੇਰੇ ਇੱਕ ਤੋਹਫਾ ਉਸ ਦੇ ਹੱਥ ਵਿੱਚ ਰੱਖ ਦਿੰਦੇ, ਜਿਸ ਵਿੱਚ ਸੋਨੇ ਦੀ ਕੋਈ ਮੁੰਦਰੀ ਹੁੰਦੀ ਅਤੇ ਕਹਿੰਦੇ, ਜੇਕਰ ਇਸ ਡੱਬੇ ਵਿੱਚੋਂ ਮੁੰਦਰੀ ਨਿਕਲੀ ਤਾਂ ਸਮਝ ਜਾਣਾ ਕਿ ਤੂੰ ਬਿਲਕੁਲ ਪਵਿੱਤਰ ਹੈ। ਪਹਿਲਾਂ ਤਾਂ ਕੁੜੀਆਂ ਇਹੀ ਗੱਲ ਮੰਨ ਲੈਂਦੀ ਸੀ, ਪਰ ਜੀਤੋ ਨੇ ਦੁੱਧ ਪੀਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਗੱਲ ਦਾਦਾ ਨੇ ਆਪਣੇ ਆਪ ਦੱਸੀ। ਉਹ ਕੁੜੀ ਬਹੁਤ ਤੇਜ਼ ਸੀ। ਕਹਿਣ ਲੱਗੀ, ਮੇਰੇ ਨਾਲ ਚਾਲ ਚੱਲਣ ਦੀ ਜ਼ਰੂਰਤ ਨਹੀਂ ਹੈ। ਮੈਂ ਦੁੱਧ ਹਰਗਿਜ਼ ਨਹੀਂ ਪੀਵਾਂਗੀ। ਚੁੱਪਚਾਪ ਜੋ ਪੜ੍ਹਾਈ ਕਰਨੀ ਹੈ ਉਹ ਕਰੋ, ਵਰਨਾ ਤੁਹਾਡੇ ਢੋਂਗੀ ਹੋਣ ਦਾ ਹੱਲਾ ਮਚਾ ਦੇਵਾਂਗੀ। ਦਾਦਾ ਨੇ ਕਿਹਾ, ਉਹ ਪਹਿਲੀ ਕੁੜੀ ਸੀ ਜਿਸ ਤੋਂ ਉਹ ਡਰ ਗਏ ਸਨ। ਉਸ ਨੂੰ ਪੂਰੀ ਰਾਤ ਉਸ ਗੁਨਾਹ ਲਈ ਉਕਸਾਉਂਦੇ ਰਹੇ, ਪੈਸਿਆਂ ਅਤੇ ਤੋਹਫੇ ਦਾ ਲਾਲਚ ਵੀ ਦਿੰਦੇ ਰਹੇ, ਪਰ ਉਹ ਕਿਸੇ ਤਰ੍ਹਾਂ ਨਾ ਮੰਨੀ। ਬਸ ਇੰਨਾ ਕਰਨ ਤੋਂ ਮੰਨੀ ਕਿ ਉਹ ਦਾਦਾ ਦੀ ਸੱਚਾਈ ਕਿਸੇ ਨੂੰ ਨਹੀਂ ਦੱਸੇਗੀ। ਇਹ ਗੱਲ ਉਸਨੇ ਕਸਮ ਲੈ ਕੇ ਕਹੀ ਸੀ। ਉਸ ਤੋਂ ਬਾਅਦ ਦਾਦਾ ਨੇ ਜੋ ਕਿਹਾ ਉਹ ਸੁਣ ਕੇ ਮੇਰੀ ਰੂਹ ਕੰਬ ਗਈ। ਕਹਿਣ ਲੱਗੇ,
ਤੇਰੇ ਬਾਅਦ ਮੈਂ ਇੱਕ ਹੋਰ ਕੁੜੀ ਨਾਲ ਵਿਆਹ ਕਰਾਵਾਂਗਾ। ਬਸ ਉਸ ਲਈ ਫਿਕਰਮੰਦ ਹਾਂ ਕਿ ਅਜਿਹਾ ਕੀ ਤਰੀਕਾ ਅਪਣਾਵਾਂ ਕਿ ਸ਼ੋਹਰਤ ਵੀ ਬਣੀ ਰਹੇ ਅਤੇ ਮੇਰਾ ਕੰਮ ਵੀ ਹੋ ਜਾਵੇ। ਮੈਂ ਪੁੱਛਿਆ, ਉਹ ਕੌਣ ਹੈ? ਕਹਿਣ ਲੱਗੇ, ਗੀਤ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੈਂ ਉਹਨਾਂ ਦੀ ਸਕੀ ਪੋਤੀ ਸੀ ਅਤੇ ਉਹ ਮੇਰੇ ਤੇ ਅਜੇ ਹੀ ਗੰਦੀ ਨਜ਼ਰ ਰੱਖਦੇ ਸਨ। ਮੇਰਾ ਤਾਂ ਸਿਰ ਪੂਰੀ ਤਰ੍ਹਾਂ ਨਾਲ ਚੱਕਰਾ ਗਿਆ। ਇਹ ਮੈਂ ਕੀ ਸੁਣ ਰਹੀ ਸੀ? ਕਿਸ ਤੋਂ ਸੁਣ ਰਹੀ ਸੀ? ਮੇਰਾ ਦਿਲ ਕੀਤਾ ਦਾਦਾ ਦਾ ਗਲਾ ਘੁੱਟ ਕੇ ਉਹਨਾਂ ਨੂੰ ਜਾਨੋਂ ਮਾਰ ਦਿਆਂ। ਮੇਰਾ ਸਾਹ ਫੁੱਲਣ ਲੱਗਾ। ਮੈਂ ਇਸ ਅਸਲੀਅਤ ਤੋਂ ਅਣਜਾਣ ਸੀ। ਸ਼ਾਇਦ ਮੇਰੇ ਕੋਲ ਲਫ਼ਜ਼ ਨਹੀਂ ਸਨ। ਮੈਂ ਕਿਹਾ, ਉਹ ਤਾਂ ਤੁਹਾਡੀ ਸਕੀ ਪੋਤੀ ਹੈ। ਮੇਰੀ ਗੱਲ 'ਤੇ ਹੱਸਣ ਲੱਗੀ ਤੇ ਕਹਿਣ ਲੱਗੇ, ਕੋਈ ਸਕੀ ਨਹੀਂ, ਉਹ ਗੋਦ ਲਈ ਹੋਈ ਹੈ। ਮੇਰੇ ਦੋਨੇ ਬੱਚੇ ਬੇਔਲਾਦ ਹਨ। ਇਹ ਕੁੜੀ ਮੇਰੀ ਨੂੰਹ ਦੀ ਭਤੀਜੀ ਹੈ। ਜਿਵੇਂ ਹੀ ਇਸ ਕੁੜੀ ਨੇ ਜਵਾਨੀ ਦੀ ਦਹਿਲੀਜ਼ 'ਤੇ ਕਦਮ ਰੱਖਿਆ, ਮੈਨੂੰ ਇਹ ਚੰਗੀ ਲੱਗਣ ਲੱਗੀ। ਉਦੋਂ ਤੋਂ ਮੈਂ ਇਹ ਸੋਚ ਰਿਹਾ ਹਾਂ ਕਿ ਅਜਿਹਾ ਕੀ ਕਰਾਂ ਕਿ ਉਸ ਨੂੰ ਅਪਣਾ ਲਵਾਂ, ਕਿਉਂਕਿ ਦੁਨੀਆ ਦੇ ਸਾਹਮਣੇ ਉਹ ਮੇਰੀ ਪੋਤੀ ਹੈ। ਇਸ ਲਈ ਅੱਜ ਤੱਕ ਮੈਂ ਉਸ ਕੁੜੀ ਦਾ ਰਿਸ਼ਤਾ ਨਹੀਂ ਹੋਣ ਦਿੱਤਾ। ਪਰ ਹੁਣ ਇੱਕ ਤਰਕੀਬ ਸੋਚ ਰਿਹਾ ਹਾਂ, ਉਹੀ ਆਜ਼ਮਾਵਾਂਗਾ। ਸਭ ਖੁਸ਼ੀ-ਖੁਸ਼ੀ ਉਸ ਦਾ ਵਿਆਹ ਮੇਰੇ ਨਾਲ ਕਰ ਦੇਣਗੇ। ਇਹ ਸੁਣ ਕੇ ਮੇਰੇ ਹੋਸ਼ ਗੁਆਚਣ ਲੱਗੇ। ਕੋਈ ਇੰਨਾ ਵੀ ਘਟੀਆ ਇਨਸਾਨ ਹੋ ਸਕਦਾ ਹੈ? ਫਿਰ ਯਾਦ ਆਉਣ ਲੱਗਾ ਕਿ ਮੇਰੀ ਟੀਚਰ ਕਹਿੰਦੀ ਸੀ ਕਿ ਹਵਸ ਦੀ ਪਿਆਸ ਕਦੇ ਖਤਮ ਨਹੀਂ ਹੁੰਦੀ। ਉਸ ਨੂੰ ਜਿੰਨਾ ਪੂਰਾ ਕਰਨ ਦੀ ਕੋਸ਼ਿਸ਼ ਕਰੋਗੇ, ਉਹ ਉਨੀ ਹੀ ਵੱਧਦੀ ਜਾਂਦੀ ਹੈ ਅਤੇ ਗੁਨਾਹ ਦੇ ਕਿਸੇ ਦਲਦਲ ਦੀ ਤਰ੍ਹਾਂ ਹੁੰਦਾ ਹੈ। ਇਨਸਾਨ ਇੱਕ ਵਾਰ ਉਸ ਵਿੱਚ ਫਸ ਜਾਵੇ ਤਾਂ ਨਿਕਲਣਾ ਬਹੁਤ ਦੁਸ਼ਵਾਰ ਹੋ ਜਾਂਦਾ ਹੈ। ਮੇਰੇ ਕੋਲ ਮੋਬਾਈਲ ਸੀ। ਦਾਦਾ ਦੀ ਸਾਰੀ ਸੱਚਾਈ ਮੈਂ ਰਿਕਾਰਡ ਕਰ ਚੁੱਕੀ ਸੀ। ਮੈਂ ਹੰਝੂ ਵਹਾਉਂਦੇ ਹੋਏ ਆਪਣਾ ਘੁੰਡ ਚੁੱਕ ਦਿੱਤਾ। ਦਾਦਾ ਮੈਨੂੰ ਵੇਖ ਕੇ ਹੈਰਾਨ ਰਹਿ ਗਏ। ਕਹਿਣ ਲੱਗੇ, ਤੂੰ ਇੱਥੇ ਕੀ ਕਰ ਰਹੀ ਹੈ? ਮੈਂ ਕਿਹਾ, ਤੁਹਾਡੀ ਸੱਚਾਈ ਸੁਣਨਾ ਚਾਹੁੰਦੀ ਸੀ। ਤੁਸੀਂ ਸ਼ੋਹਰਤ ਦਾ ਲਿਬਾਸ ਪਹਿਨੇ ਕਦੋਂ ਤੋਂ ਮਾਸੂਮ ਕੁੜੀਆਂ ਨਾਲ ਗੁਨਾਹ ਕਰ ਰਹੇ ਹੋ। ਤੁਹਾਨੂੰ ਜਰਾ ਸ਼ਰਮ ਨਹੀਂ ਆਈ? ਮੈਨੂੰ ਅਫਸੋਸ ਹੈ ਲੋਕਾਂ ਦੀ ਇਸ ਨਾਦਾਨ ਸੋਚ 'ਤੇ ਕਿ ਤੁਹਾਡੀ ਝੂਠੀ ਕਹਾਣੀ 'ਤੇ ਉਹਨਾਂ ਨੇ ਕਿਵੇਂ ਭਰੋਸਾ ਕਰ ਲਿਆ। ਦਾਦੇ ਦੇ ਰੰਗ ਉੱਡ ਗਏ। ਮੈਨੂੰ ਲਾਲਚ ਦੇਣ ਲੱਗੇ, ਪੈਸਿਆਂ ਦਾ, ਸੋਨੇ ਚਾਂਦੀ ਦਾ। ਮੈਂ ਬੈੱਡ ਤੋਂ ਉੱਠ ਕੇ ਕਮਰੇ ਤੋਂ ਬਾਹਰ ਨਿਕਲ ਗਈ। ਰੌਲਾ ਪਾ ਕੇ ਮੈਂ ਸਾਰਿਆਂ ਨੂੰ ਇਕੱਠਾ ਕਰ ਲਿਆ। ਉਹ ਰਿਕਾਰਡਿੰਗ ਮੈਂ ਸਾਰਿਆਂ ਨੂੰ ਸੁਣਾ ਦਿੱਤੀ। ਪਿੰਡ ਵਿੱਚ ਵੀ ਇਹ ਗੱਲ ਅੱਗ ਦੀ ਤਰ੍ਹਾਂ ਫੈਲ ਗਈ। ਦਾਦੇ ਨੂੰ ਸਜ਼ਾਏ ਮੌਤ ਸੁਣਾਈ ਗਈ। ਮੈਨੂੰ ਆਪਣੇ ਕਿੱਤੇ ਤੇ ਜਰਾ ਵੀ ਅਫਸੋਸ ਨਹੀਂ ਸੀ, ਕਿਉਂਕਿ ਮੈਂ ਇੱਕ ਗਲਤ ਰਸਮ ਨੂੰ ਖਤਮ ਕੀਤਾ ਸੀ ਅਤੇ ਲੋਕਾਂ ਨੂੰ ਵੀ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਅਜੇ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣੀ ਮਾਸੂਮ ਤੇ ਪਵਿੱਤਰ ਧੀ ਨੂੰ ਕਿਸੇ ਦਰਿੰਦੇ ਸਾਹਮਣੇ ਉਸ ਦੀ ਹਵਸ ਦਾ ਸਮਾਨ ਨਾ ਬਣਾਇਆ ਜਾਵੇ।